अस्सलाम वालेकुम भाईजान। अज गल करांगे कि साडे जितने भी पढ़े लिखे लोग ने, जे कोई साडा मजहबी स्कॉलर है, भी जे कोई साडा पॉलीटिशियन है, भी जे कोई साडा ब्यूरोक्रेट्स है, भी सारे ये गल्लां करदे ने कि सानूं एक अच्छी कौम बनना चाहिए। कोई स्कूल च फैसटीवल होए, कोई यूनीवर्सिटी च होए, जिथे भी होए, जिहड़ी भी गल चलदी है ना, गल ये कीती जांदी कि सानूं एक अच्छी कौम बनना चाहिए। अच्छा, अच्छियां कौमां किवें बनदियां ने? आया ਇਹ ਯੂਨੀਵਰਸਿਟੀਆਂ ਦੇ ਵਿੱਚ, ਆਇਆ ਇਹ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਜਾਂ ਹੋਰ ਜਿਹੜੇ ਮਜ਼ਹਬੀ ਇਜਤਮਾਹ ਨੇ ਸਾਡੇ, ਉਹਨਾਂ ਦੇ ਵਿੱਚ ਕੱਲੀਆਂ ਗੱਲਾਂ ਕੀਤੀਆਂ ਹੀ ਬੰਦਾ ਕੌਮ ਬਣਾ ਸਕਦਾ ਹੈ ਜਾਂ ਕੌਮ ਬਣ ਸਕਦੀ ਹੈ? ਐਸਾ ਹਰਗਜ਼ ਨਹੀਂ। ਇਹ ਇੱਕ ਛੋਟਾ ਜਿਹਾ ਵਾਕਿਆ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ, ਗੌਰ ਨਾਲ ਵੇਖਿਆ ਜੇ। ਇਹ ਤੁਹਾਨੂੰ ਇੱਕ ਤਸਵੀਰ ਨਜ਼ਰ ਆਉਣ ਡਈ ਹੈ। ਜਿਹੜਾ ਸਿਆਹ ਫਾਮ ਹੈ, ਇਹ ਕੀਨੀਆ ਦਾ ਖਿਲਾੜੀ ਹੈ, ਇਹ ਰੇਸਰ ਨੇ, ਇਹਨਾਂ ਦਾ ਕੋਈ ਮੁਕਾਬਲਾ ਹੋ ਰਿਹਾ। ਜਿਹੜਾ ਸਫੇਦ ਫਾਮ ਹੈ, ਇਹ ਹਸਪਾਨਵੀ ਹੈ, ਸਪੈਨਿਸ਼ ਹੈ। ਅੱਛਾ, ਜਿਹੜਾ ਨਾ ਇਹ ਕੀਨੀਆ ਦਾ ਖਿਲਾੜੀ, ਇਹ ਜਦੋਂ ਰੇਸ ਦੀ ਹੋ ਰਹੀ ਸੀ ਨਾ, ਰੇਸ ਦੇ ਵਿੱਚ ਇਹ ਭੱਜਦੇ ਸਨ ਪਏ ਦੋਵੇਂ, ਅਤੇ ਇਹ ਜਿਹੜਾ ਗੋਲ ਸੀ ਜਾਂ ਟਾਰਗੇਟ ਸੀ, ਜਿਹੜਾ ਅਚੀਵਮੈਂਟ ਦਾ ਜਿਹੜਾ ਪੁਆਇੰਟ ਸੀ ਨਾ, ਵਿਨਰ ਪੁਆਇੰਟ, ਉਸ ਤੋਂ ਕੁਛ ਪਿੱਛੇ ਨਾ ਭੁਲੇਖਾ ਲੱਗ ਗਿਆ ਜਾਂ ਕੀ ਬਣ ਗਿਆ ਕੀਨੀਆ ਦੇ ਖਿਲਾੜੀ ਨੂੰ। ਜਿਹੜਾ ਅਬੀਲ ਮਤਾਈ ਹੈ, ਜਿਹੜਾ ਸਿਆਹ ਫਾਮ ਹੈ, ਇਹ ਉੱਥੇ ਰੁਕ ਜਾਂਦਾ ਹੈ। ਇਸ ਤੋਂ ਪਿੱਛੇ ਆਉਂਦਾ ਇਵਾਨ ਫਰਨਾਂਡੀਜ਼। ਇਹ ਜਿਹੜਾ ਤੁਸੀਂ ਵੇਖਣ ਦੇ ਸਫੇਦ ਫਾਮ ਹੈ, ਇਹ ਜਿਹੜਾ ਸਪੈਨਿਸ਼ ਹੈ, ਇਹ ਵਹਿੰਦਾ ਹੈ ਕਿ ਕੀਨੀਆ ਦਾ ਜਿਹੜਾ ਖਿਲਾੜੀ ਹੈ ਨਾ, ਜਿੱਤਿਆ ਤਾਂ ਖਲੋਤਾ ਹੈ, ਲੇਕਿਨ ਉਹ ਰੁਕ ਕਿਉਂ ਗਿਆ? ਪਿੱਛੋਂ ਆਵਾਜ਼ ਦਿੰਦਾ ਹੈ, ਵਿਨਿੰਗ ਦਾ ਪੁਆਇੰਟ ਅੱਗੇ ਵੇ, ਤੂੰ ਭੱਜ ਅੱਗੇ ਥੋੜ੍ਹਾ ਜਿਹਾ। ਲੇਕਿਨ ਚੂੰਕਿ ਇਹ ਕੀਨੀਆ ਦਾ ਸੀ, ਇਹ ਸਪੈਨਿਸ਼ ਜ਼ਬਾਨ ਨੂੰ ਸਮਝ ਨਹੀਂ ਸਕਿਆ, ਹਸਪਾਨਵੀ ਜ਼ਬਾਨ ਨਹੀਂ ਸਮਝੀ, ਇਸ ਵਾਸਤੇ ਰੁਕਿਆ ਰਹਿ ਗਿਆ। ਫਿਰ ਪਿੱਛੋਂ ਆਣ ਕੇ ਉਹਨੂੰ ਦੁਬਾਰਾ ਫਿਰ ਉਹਨੂੰ ਆਵਾਜ਼ ਦਿੱਤੀ ਕਿ ਨੱਸ, ਗੋਲ ਅੱਗੇ ਵੇ, ਪੁਆਇੰਟ ਅੱਗੇ ਵੇ, ਜਿੱਥੇ ਪਹੁੰਚਣਾ ਵਿਨਿੰਗ ਪੁਆਇੰਟ ਅੱਗੇ ਵੇ। ਲੇਕਿਨ ਇਹ ਬੰਦਾ ਫਿਰ ਨਹੀਂ ਭੱਜਿਆ। ਫਿਰ ਉਹਨੇ ਇਹਨੂੰ ਪਿੱਛੋਂ ਧੱਕਾ ਦਿੱਤਾ ਹੈ, ਇਹ ਬੰਦਾ ਵਿਨਿੰਗ ਪੁਆਇੰਟ ਵੱਲ ਨੂੰ ਭੱਜਿਆ। ਫਿਰ ਬੰਦਾ ਜਿੱਤ ਗਿਆ। ਉਹ ਬੰਦਾ ਜਿੱਤ ਸਕਦਾ ਸੀ, ਜਿਹੜਾ ਸਪੈਨਿਸ਼ ਖਿਲਾੜੀ ਸੀ ਨਾ, ਰੇਸਰ ਸੀ ਜਿਹੜਾ ਹਸਪਾਨੀਆ, ਉਹ ਜਿੱਤ ਸਕਦਾ ਸੀ। ਲੇਕਿਨ ਹੋਇਆ ਕੀ ਕਿ ਉਹਨੇ ਇਹਨੂੰ ਜਿਤਾਇਆ। ਉਹਦੇ ਤੋਂ ਸੁਆਫੀਆਂ ਨੇ ਸਵਾਲ ਕੀਤਾ, ਉਹਨੂੰ ਪੁੱਛਦੇ ਨੇ ਕਿ ਤੂੰ ਤਾਂ ਜਿੱਤ ਸਕਦਾ ਸੀ, ਤੈਨੂੰ ਕਿਉਂ ਜਿਤਾਇਆ? ਉਹਨੇ ਆਖਿਆ, ਯਾਰ ਮੈਂ ਨਹੀਂ ਉਹਨੂੰ ਜਿਤਾਇਆ, ਰੇਸ ਉਹਦੀ ਸੀ, ਉਹ ਜਿੱਤ ਚੁੱਕਿਆ ਸੀ। ਮੈਂ ਤਾਂ ਸਿਰਫ ਇਹ ਕੀਤਾ ਹੈ ਕਿ ਜਿਹਦਾ ਹੱਕ ਸੀ ਨਾ, ਉਹਨੂੰ ਉਹਦਾ ਹੱਕ ਦਿੱਤਾ ਹੈ। ਜਿੱਤਿਆ ਉਹ ਖੁਦ ਹੈ, ਰੇਸ ਉਹ ਜਿੱਤ ਗਿਆ ਸੀ। ਉਹਨੇ ਕਿਹਾ ਕਿ ਤੁਸੀਂ, ਸੁਆਫੀ ਨੇ ਸਵਾਲ ਕੀਤਾ, ਉਹਨੇ ਕਿਹਾ ਤੁਸੀਂ ਜਿੱਤ ਸਕਦੇ ਸੀ, ਜੇ ਕਿਸੇ ਨੂੰ ਪਤਾ ਵੀ ਕੋਈ ਨਹੀਂ ਸੀ, ਤੁਸੀਂ ਜਿੱਤ ਜਾਣਾ ਸੀ। ਉਹਨੇ ਕਿਹਾ ਕਿ ਯਾਰ ਮੈਂ ਇਹ ਜਿਹੜੀ ਜਿੱਤ ਸੀ, ਇਹਨੂੰ ਮੈਂ ਤਸੱਵਰ ਕੀ ਕਰਦਾ, ਇਹਨੂੰ ਮੈਂ ਕਿਹੜਾ ਮੈਰਿਟ ਦਾ ਨਾਮ ਦਿੰਦਾ, ਇਹ ਜਿਹੜੀ ਮੇਰੀ ਜੀਤ ਸੀ ਨਾ, ਇਹਨੂੰ ਮੈਂ ਕਿਹੜਾ ਮੈਰਿਟ ਦਿੰਦਾ ਕਿ ਮੈਂ ਕਿਵੇਂ ਜਿੱਤਿਆ ਵਾਂ। ਫਿਰ ਮੇਰੀ ਵਾਲਦਾ ਸੀ, ਮੇਰੇ ਵਾਲਦ ਸਾਹਿਬ ਸਨ, ਮੈਂ ਉਹਨਾਂ ਨੂੰ ਕਿਸ ਮੂੰਹ ਨਾਲ ਜਾ ਕੇ ਮਿਲਦਾ ਕਿ ਮੈਂ ਕਿਸ ਤਰੀਕੇ ਜਿੱਤ ਕੇ ਆਇਆ। ਉਹਨੇ ਆਖਿਆ ਮੇਰੀ ਸੈਕੰਡ ਪੋਜੀਸ਼ਨ ਨੇ, ਵਿਨਿੰਗ ਜਿਹੜੀ ਹੈ ਨਾ, ਉਹ ਉਹਦੀ ਹੈ, ਵਿਨਰ ਉਹ ਹੀ ਹੋਇਆ ਇਸ ਗੇਮ ਦੇ ਵਿੱਚ। ਕੌਮਾਂ ਇਸ ਤਰੀਕੇ ਬਣਦੀਆਂ ਨੇ ਮੇਰੇ ਭਾਈ, ਕਿ ਜਦੋਂ ਅਸੀਂ ਨਾ ਕਿਸੇ ਦਾ ਖਿਆਲ ਇੰਨਾ ਕਰਾਂਗੇ ਕਿ ਹੱਕ ਜਿਹਦਾ ਹੈ, ਪਤਾ ਵੀ ਹੈ ਵੇ ਕਿ ਅਗਰ ਮੈਂ ਚਾਹਵਾਂ ਤਾਂ ਜਿੱਤ ਸਕਣਾ ਵਾਂ, ਇਹ ਤਾਂ ਫਸਿਆ। ਲੇਕਿਨ ਫਿਰ ਵੀ ਉਹਨੂੰ ਹੱਕਦਾਰ ਨੂੰ ਉਹਦਾ ਹੱਕ ਦਿਵਾਉਣਾ, ਉਹਦਾ ਸਾਥ ਦੇਣਾ, ਫਿਰ ਕੌਮਾਂ ਬਣਦੀਆਂ ਨੇ। ਇਸ ਤਰ੍ਹਾਂ ਕੌਮਾਂ ਨਹੀਂ ਬਣਦੀਆਂ। ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਲੈਕਚਰ ਦਿੱਤੇ, ਗੱਲਾਂ ਬਾਤਾਂ ਸੱਜੇ ਖੱਬੇ, ਲੇਕਿਨ ਕਿਰਦਾਰ ਉਹਨੂੰ ਜ਼ਿੰਦਗੀ ਸਾਡੀ ਖੋਖਲੀ ਹੈ। ਐਕਚੁਅਲ ਚਾਹੀਦਾ ਸਾਨੂੰ ਇਹ ਵੇ ਕਿ ਅਸੀਂ ਹੱਕਦਾਰ ਨੂੰ ਉਹਦਾ ਹੱਕ ਮਗਰ ਚੜ੍ਹ ਕੇ ਪਹੁੰਚਾਈਏ। ਜਿੰਨਾ ਅਸੀਂ ਆਪਣੇ ਵਾਸਤੇ ਕੋਸ਼ਿਸ਼ ਕਰਨੇ ਆ ਨਾ, ਖੋਵਾ ਤੋੜੀ ਕਰਨੇ ਆ, ਇਵੇਂ ਕੋਸ਼ਿਸ਼ ਕਰੀਏ ਕਿ ਜਿਹਦਾ ਹੱਕ ਹੈ ਉਹਨੂੰ ਹੱਕ ਮਿਲੇ, ਅਤੇ ਤਦ ਜਾ ਕੇ ਮੇਰੇ ਭਾਈਓ ਕੌਮਾਂ ਬਣਦੀਆਂ ਨੇ। ਅਤੇ ਇੱਥੇ ਤਾਂ ਬਸ ਤੁਹਾਨੂੰ ਪਤਾ ਹੀ ਜੋ ਕੁਝ ਹੁੰਦਾ ਪਿਆ, ਬਸ ਲੈਕਚਰ। ਅਸਲ ਗੱਲ ਤਾਂ ਇਹ ਵੇ ਕਿ ਮੇਰੇ ਭਾਈ, ਜਦੋਂ ਤੁਹਾਡੇ ਦਿਲ 'ਚ ਅਹਿਸਾਸ ਪੈਦਾ ਹੋ ਗਿਆ ਨਾ ਕਿਸੇ ਦੂਸਰੇ ਦਾ, ਉਸ ਵਕਤ ਤੁਸੀਂ ਸਮਝ ਲਓ ਕਿ ਅਸੀਂ ਕਿਸੇ ਚੰਗੀ ਕੌਮ ਦੇ ਫਰਦ ਹਾਂ। ਤੁਸੀਂ ਚੰਗੇ ਫਰਦ ਬਣਨਾ ਨਾ, ਅਤੇ ਫਿਰ ਕੌਮ ਚੰਗੀ ਬਣਨਾ। ਬਸ ਅੱਲਾਹ ਤਾਲਾ ਸਾਨੂੰ ਇੱਕ ਦੂਜੇ ਦਾ ਅਹਿਸਾਸ ਕਰਨ ਦੀ ਤੌਫੀਕ ਦੇਵੇ, ਅਤੇ ਅੱਲਾਹ ਤਾਲਾ ਸਾਨੂੰ ਹੱਕ ਔਰ ਬਾਤਲ ਇਹਦੇ 'ਚ ਵੰਡ ਦੀ ਤੌਫੀਕ ਦੇਵੇ, ਅਤੇ ਅੱਲਾਹ ਤਾਲਾ ਸਾਨੂੰ ਗੱਲ ਸੱਚੀ ਕਰਨ ਦੀ ਤੌਫੀਕ ਦੇਵੇ, ਅਤੇ ਹੱਕ ਦਾ ਸਾਥ ਦੇਣ ਦੀ ਤੌਫੀਕ ਦੇਵੇ। ਵਸਲਾਮ, ਤੁਹਾਡਾ ਭਾਈ ਅਸਗਰ ਵਰਿਆ।